ਸਤਿ ਸ਼੍ਰੀ ਅਕਾਲ। ਆਪਾਂ ਪੀਐਚ ਸਟੇਟ ਦੀ ਤਿਆਰੀ ਲਈ ਸਾਇੰਸ ਸਬਜੈਕਟ ਦੀ ਸਟੱਡੀ ਕਰ ਰਹੇ ਹਾਂ। ਇਹਦੇ ਵਿੱਚ ਆਪਾਂ ਪਹਿਲਾਂ 2 ਪਾਰਟ ਕਰ ਚੁੱਕੇ ਹਾਂ। ਹੁਣ ਆਪਾਂ ਤੀਜੇ ਪਾਰਟ ਵਿੱਚ ਪ੍ਰੋਟੀਨ ਦੇ ਬਾਰੇ ਪੜ੍ਹਾਂਗੇ। 2 ਪਾਰਟ ਵਿੱਚ ਆਪਾਂ ਪਹਿਲੇ ਕਾਰਬੋਹਾਈਡਰੇਟ ਅਤੇ ਭੋਜਨ ਦੇ ਤੱਤ ਦੇ ਬਾਰੇ ਪੜ੍ਹ ਚੁੱਕੇ ਹਾਂ। ਹੁਣ ਆਪਾਂ ਤੀਜੇ ਪਾਰਟ 'ਚ ਪ੍ਰੋਟੀਨ ਦੇ ਬਾਰੇ ਅਤੇ ਆਪਾਂ ਵਸਾ ਦੇ ਜਾਂ ਸਰੀਰ ਵਿੱਚ ਜ਼ਰੂਰੀ ਤੱਤ ਜਿਹੜੇ ਨੇ, ਖਣਿਜ ਪਦਾਰਥ ਨੇ, ਉਹਨਾਂ ਬਾਰੇ ਆਪਾਂ ਇਸ ਚੈਪਟਰ 'ਚ ਪੜ੍ਹਾਂਗੇ। ਅਤੇ ਆਪਾਂ ਇਸ ਚੈਪਟਰ ਨੂੰ ਕੰਪਲੀਟ ਕਰਕੇ ਨੈਕਸਟ ਵੀਡੀਓ 'ਚ ਆਪਾਂ ਇਸ ਪੂਰੇ ਚੈਪਟਰ 'ਚ ਜਿੰਨੇ ਵੀ ਕੁਐਸਚਨ ਬਣ ਸਕਦੇ ਹੈ ਉਹਨਾਂ ਦੇ ਆਪਾਂ MCQ ਕੁਐਸਚਨ ਕਰਾਂਗੇ। ਅਤੇ ਹੁਣ ਸਟਾਰਟ ਕਰਦੇ ਹਾਂ ਜੀ ਪ੍ਰੋਟੀਨ ਬਾਰੇ। ਪ੍ਰੋਟੀਨ ਸਾਡੇ ਸਰੀਰ ਦੇ ਵਾਧੇ ਅਤੇ ਕੋਸ਼ਿਕਾ ਦੀ ਮੁਰੰਮਤ ਲਈ ਜ਼ਰੂਰੀ ਹੁੰਦੇ ਨੇ। ਸਰੀਰ ਦੀ ਕੋਸ਼ਿਕਾ ਹੁੰਦੀ ਹੈ, ਉਹਨਾਂ ਦੀ ਮੁਰੰਮਤ ਲਈ ਵੀ ਕੀ ਹੁੰਦਾ ਹੈ, ਪ੍ਰੋਟੀਨ ਜ਼ਰੂਰੀ ਹੁੰਦਾ ਹੈ। ਪ੍ਰੋਟੀਨ ਵਿੱਚ ਕਾਰਬਨ, ਹਾਈਡਰੋਜਨ, ਆਕਸੀਜਨ ਅਤੇ ਨਾਈਟ੍ਰੋਜਨ ਮੌਜੂਦ ਹੁੰਦੇ ਨੇ। ਪ੍ਰੋਟੀਨ ਸਾਨੂੰ 2 ਤਰ੍ਹਾਂ ਪ੍ਰਾਪਤ ਹੋ ਸਕਦੇ हैं, ਇੱਕ ਪੌਦੇ ਤੋਂ, ਦੂਜਾ ਜਾਨਵਰਾਂ ਤੋਂ। ਪੌਦੇ 'ਚੋਂ ਆਪਾਂ ਨੂੰ ਬਰੋਂਕਲੀ ਤੋਂ ਆਪਾਂ ਨੂੰ ਪ੍ਰੋਟੀਨ ਮਿਲਦਾ ਹੈ, ਖੁੰਭ ਵਿੱਚੋਂ ਆਪਾਂ ਨੂੰ ਪ੍ਰੋਟੀਨ ਮਿਲਦਾ ਹੈ, ਮਟਰ 'ਚੋਂ ਅਤੇ ਸੋਇਆਬੀਨ ਵਿੱਚ ਪ੍ਰੋਟੀਨ ਪਾਇਆ ਜਾਂਦਾ ਹੈ। ਅਤੇ ਇਸੇ ਤਰ੍ਹਾਂ ਜਾਨਵਰਾਂ ਵਿੱਚ ਵੀ ਆਪਾਂ ਨੂੰ ਪ੍ਰੋਟੀਨ ਮਿਲਦਾ ਹੈ, ਜਿਵੇਂ ਮੀਟ ਵਿੱਚ ਪ੍ਰੋਟੀਨ ਹੁੰਦਾ ਹੈ, ਮੱਛੀ 'ਚ, ਔਰ ਪੋਲਟਰੀ ਤੋਂ, ਦੁੱਧ ਵਿੱਚ ਅਤੇ ਜੰਤੂਆਂ ਤੋਂ ਪ੍ਰਾਪਤ ਹੋਣ ਵਾਲੇ ਉਤਪਾਦ ਵਿੱਚ ਵੀ ਪ੍ਰੋਟੀਨ ਦੀ ਮਾਤਰਾ ਹੁੰਦੀ ਹੈ। ਅਤੇ ਹੁਣ ਪੜ੍ਹਾਂਗੇ ਆਪਾਂ ਪ੍ਰੋਟੀਨ ਦੀ ਮਹੱਤਤਾ ਜਾਂ ਫੰਕਸ਼ਨ ਆਫ ਪ੍ਰੋਟੀਨਸ। ਕਿ ਪ੍ਰੋਟੀਨ ਕੀ ਕੰਮ ਕਰਦਾ ਹੈ ਆਪਣੇ ਸਰੀਰ 'ਚ। ਪ੍ਰੋਟੀਨ ਸਰੀਰ ਦੇ ਵਾਧੇ ਅਤੇ ਮੁਰੰਮਤ ਵਿੱਚ ਸਹਾਇਤਾ ਕਰਦੇ ਹਨ। ਪ੍ਰੋਟੀਨ ਬਿਮਾਰੀਆਂ ਤੋਂ ਸਾਡੇ ਸਰੀਰ ਦੀ ਰੱਖਿਆ ਕਰਦੇ ਹਨ। ਪ੍ਰੋਟੀਨ ਸਰੀਰ ਨਿਰਮਾਣ ਦੀ ਇਕਾਈ ਹੁੰਦੀ ਹੈ। ਪ੍ਰੋਟੀਨ ਨੂੰ ਆਪਾਂ ਸਰੀਰ ਨਿਰਮਾਣ ਦੀ ਇਕਾਈ ਵੀ ਕਹਿੰਦੇ ਨੇ। ਇਸੇ ਤਰ੍ਹਾਂ 1 ਗ੍ਰਾਮ ਪ੍ਰੋਟੀਨ ਦੇ ਅੰਦਰ ਆਕਸੀਕਰਨ ਤੋਂ 4.8 ਤੋਂ ਲੈ ਕੇ 5.1 ਕੈਲੋਰੀ ਊਰਜਾ ਮਿਲਦੀ ਹੈ। ਯਾਨੀ 1 ਗ੍ਰਾਮ ਪ੍ਰੋਟੀਨ ਦਾ ਜਦੋਂ ਆਕਸੀਕਰਨ ਹੋਵੇ, ਆਕਸੀਕਰਨ ਨਾਲ 4.8 ਤੋਂ ਲੈ ਕੇ 5.1 ਕੈਲੋਰੀ ਊਰਜਾ ਮਿਲਦੀ ਹੈ। ਸਰੀਰ 'ਚ ਕੋਲੇਜਨ ਪ੍ਰੋਟੀਨ ਸਭ ਤੋਂ ਵੱਧ ਪਾਈ ਜਾਂਦੀ ਹੈ। ਸਰੀਰ ਵਿੱਚ ਸਭ ਤੋਂ ਵੱਧ ਪਾਈ ਜਾਣ ਵਾਲੀ ਪ੍ਰੋਟੀਨ ਕਿਹੜੀ ਹੁੰਦੀ ਹੈ? ਕੋਲੇਜਨ ਪ੍ਰੋਟੀਨ ਸਭ ਤੋਂ ਵੱਧ ਹੁੰਦੀ ਹੈ। ਇਸ ਇੰਪੋਰਟੈਂਟ ਕੁਐਸਚਨ ਬਣ ਸਕਦਾ ਹੈ ਵੀ ਸਰੀਰ 'ਚ ਸਭ ਤੋਂ ਵੱਧ ਕਿਹੜੀ ਪ੍ਰੋਟੀਨ ਪਾਈ ਜਾਂਦੀ ਹੈ? ਤਾਂ ਕੋਲੇਜਨ ਪ੍ਰੋਟੀਨ ਸਭ ਤੋਂ ਵੱਧ ਮਿਲਦੀ ਹੈ। ਅੱਗੇ ਪ੍ਰੋਟੀਨ ਘਾਵ ਭਰਨ ਵਿੱਚ ਵੀ ਮਦਦ ਕਰਦਾ ਹੈ। ਸਰੀਰ 'ਚ ਚੋਟ ਲੱਗ ਜੇ ਕਿਸੇ ਤਾਂ ਉਸ ਥਾਂ 'ਚ ਘਾਵ ਨੂੰ ਭਰਨ ਵਿੱਚ ਵੀ ਕੀ ਹੈ, ਪ੍ਰੋਟੀਨ ਮਦਦ ਕਰਦਾ ਹੈ। ਪ੍ਰੋਟੀਨ ਕੋਸ਼ਿਕਾ ਵਿਭਾਜਨ ਵਿੱਚ ਵੀ ਸਹਾਇਕ ਹੁੰਦਾ ਹੈ। ਜਦੋਂ ਕੋਸ਼ਿਕਾ ਵਿਭਾਜਿਤ ਹੁੰਦੀ ਹੈ ਉਸ ਟਾਈਮ ਵੀ ਪ੍ਰੋਟੀਨ ਮਦਦ ਕਰਦਾ ਹੈ। ਇਸੇ ਤਰ੍ਹਾਂ ਪ੍ਰੋਟੀਨ ਮਾਨਸਿਕ ਸ਼ਕਤੀ ਪ੍ਰਦਾਨ ਕਰਦੇ ਹੈ। ਪ੍ਰੋਟੀਨ ਜੈਵ ਰਸਾਇਣਿਕ ਕਿਰਿਆਵਾਂ 'ਚ ਐਂਜ਼ਾਈਮ ਦੇ ਰੂਪ ਵਿੱਚ ਵੀ ਭੂਮਿਕਾ ਨਿਭਾਉਂਦੇ ਹੈ। ਯਾਨੀ ਪ੍ਰੋਟੀਨ ਐਂਜ਼ਾਈਮ ਦੀ ਕਿਰਿਆ ਵਾਂਗ ਵੀ ਕਾਰਿਆ ਕਰਦਾ ਹੈ ਜੈਵ ਰਸਾਇਣਿਕ ਕਿਰਿਆਵਾਂ 'ਚ। ਜਿਵੇਂ ਉਪਾਪਚਯ ਕਿਰਿਆ ਹੋ ਗਈ, ਉਹਨਾਂ 'ਚ ਪ੍ਰੋਟੀਨ, ਜੈਵ ਰਸਾਇਣਿਕ ਕਿਰਿਆਵਾਂ ਹੋ ਗਈਆਂ, ਉਹਨਾਂ 'ਚ ਪ੍ਰੋਟੀਨ ਐਂਜ਼ਾਈਮ ਦੇ ਤਰੀਕੇ ਨਾਲ ਭੂਮਿਕਾ ਨਿਭਾਉਂਦਾ ਹੈ। ਹੁਣ ਪੜ੍ਹਾਂਗੇ ਜੀ ਆਪਾਂ ਪ੍ਰੋਟੀਨ ਦੀ ਕਮੀ ਨਾਲ ਕਿਹੜੀ ਬਿਮਾਰੀ ਹੋ ਸਕਦੀ ਹੈ, ਪ੍ਰੋਟੀਨ ਤੋਂ ਕੀ ਰੋਗ ਹੋ ਜਾਂਦਾ ਹੈ ਪ੍ਰੋਟੀਨ ਦੀ ਕਮੀ ਨਾਲ। ਤਾਂ ਸਭ ਤੋਂ ਪਹਿਲਾਂ ਰੋਗ ਹੁੰਦਾ ਹੈ ਕੁਆਸ਼ੀਓਰਕਰ। ਕੁਆਸ਼ੀਓਰਕਰ 6 ਮਾਹ ਤੋਂ ਲੈ ਕੇ 5 ਸਾਲ ਦੇ ਬੱਚਿਆਂ ਵਿੱਚ ਪ੍ਰੋਟੀਨ ਦੀ ਕਮੀ ਤੋਂ ਕੁਆਸ਼ੀਓਰਕਰ ਰੋਗ ਹੋ ਜਾਂਦਾ ਹੈ। ਇਸ ਰੋਗ ਵਿੱਚ ਬੱਚੇ ਦਾ ਪੇਟ ਫੁੱਲ ਜਾਂਦਾ ਹੈ, ਔਰ ਪੇਟ ਫੁੱਲਣ ਦੇ ਨਾਲ ਉਹਨੂੰ ਭੁੱਖ ਘੱਟ ਲੱਗਦੀ ਹੈ ਜਾਂ ਫਿਰ ਭੁੱਖ ਨਹੀਂ ਲੱਗਦੀ। ਉਹਦਾ ਪੇਟ ਫੁੱਲ ਜਾਂਦਾ ਹੈ ਔਰ ਬਾਕੀ ਸਰੀਰ ਕਮਜ਼ੋਰ ਰਹਿੰਦਾ ਹੈ, ਅਤੇ ਇਸ ਰੋਗ ਨੂੰ ਆਪਾਂ ਕਹਿੰਦੇ ਹਾਂ ਕੁਆਸ਼ੀਓਰਕਰ। ਦੂਜਾ ਰੋਗ ਹੁੰਦਾ ਹੈ ਮੈਰਾਸਮਸ। ਪ੍ਰੋਟੀਨ ਅਤੇ ਕਾਰਬੋਹਾਈਡਰੇਟ, ਚਰਬੀ, ਵਸਾ ਤਿੰਨੋਂ ਪ੍ਰਕਾਰ ਦੇ ਤੱਤ ਦੀ ਕਮੀ ਨਾਲ ਮੈਰਾਸਮਸ ਨਾਮ ਦਾ ਰੋਗ ਹੁੰਦਾ ਹੈ। ਇਸ ਰੋਗ ਵਿੱਚ ਕੀ ਹੈ, ਬੱਚਿਆਂ ਦੇ ਸਰੀਰ ਸੁੱਕ ਜਾਂਦੇ ਹੈ, ਦੁਰਬਲ ਹੋ ਜਾਂਦਾ ਹੈ, ਔਰ ਨਾਲੇ ਅੱਖਾਂ ਅੰਦਰ ਨੂੰ ਧੱਸ ਜਾਂਦੀਆਂ ਨੇ, ਅਤੇ ਇਸ ਰੋਗ ਵਿੱਚ ਬੱਚੇ ਕਾਫੀ ਦੁਰਬਲ ਅਤੇ ਕਮਜ਼ੋਰ ਹੋ ਜਾਂਦੇ ਨੇ। ਹੁਣ ਆਪਾਂ ਪੜ੍ਹਾਂਗੇ ਪ੍ਰੋਟੀਨ ਪਰੀਖਣ ਬਾਰੇ। ਪ੍ਰੋਟੀਨ ਦਾ ਪਰੀਖਣ, ਯਾਨੀ ਪ੍ਰੋਟੀਨ ਦੇ ਪਰੀਖਣ ਵਿੱਚ ਆਪਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਇਸ ਭੋਜਨ ਵਿੱਚ ਪ੍ਰੋਟੀਨ ਹੈਗਾ। ਤਾਂ ਇਹਦੇ ਲਈ ਆਪਾਂ ਥੋੜ੍ਹੀ ਮਾਤਰਾ ਵਿੱਚ ਭੋਜਨ ਪਦਾਰਥ ਲੈ ਕੇ ਕੁਝ ਬੂੰਦਾਂ ਕਾਪਰ ਸਲਫੇਟ ਦੀਆਂ ਅਤੇ 10 ਕੁ ਬੂੰਦਾਂ ਆਪਾਂ ਕਾਸਟਿਕ ਸੋਡੇ ਦੀ ਅੰਦਰ ਮਿਲਾਉਂਦੇ ਹਾਂ। ਜੇਕਰ ਪੇਸਟ ਦਾ ਰੰਗ ਜਾਮਣੀ ਰੰਗ ਹੋ ਜੇ ਜਾਂ ਫਿਰ ਬੈਂਗਣੀ ਰੰਗ ਹੋ ਜੇ ਤਾਂ ਆਪਾਂ ਸੋਚਾਂਗੇ ਵੀ ਇਹਦੇ ਵਿੱਚ ਪ੍ਰੋਟੀਨ ਦੀ ਮਾਤਰਾ ਹੈਗੀ। ਯਾਨੀ ਜੇਕਰ ਰੰਗ ਬੈਂਗਣੀ ਜਾਂ ਜਾਮਣੀ ਰੰਗ ਹੋ ਜੇ ਤਾਂ ਉਸ ਪੇਸਟ ਵਿੱਚ ਕੀ ਹੈਗਾ, ਪ੍ਰੋਟੀਨ ਦੀ ਉਪਸਥਿਤੀ ਮੌਜੂਦ ਹੈ। ਹੁਣ ਪ੍ਰੋਟੀਨ ਦੇ ਕੁਝ ਡਾਇਗਰਾਮ ਨੇ ਜਿਨ੍ਹਾਂ 'ਚ ਆਪਾਂ ਨੂੰ ਪਤਾ ਲੱਗਦਾ ਹੈ ਕਿ ਇਹਨਾਂ ਵਿੱਚ ਪ੍ਰੋਟੀਨ ਹੈ। ਤਾਂ ਬਰੋਂਕਲੀ ਵਿੱਚ
ਪ੍ਰੋਟੀਨ ਹੁੰਦਾ ਹੈ ਇਹ ਆਪਾਂ ਨੂੰ ਪੌਦੇ ਤੋਂ ਮਿਲਦਾ ਹੈ। ਖੁੰਭੀ ਜਾਂ ਖੁੰਭਾ ਕਹਿੰਦੇ ਹਨ ਉਸ ਵਿੱਚ ਪ੍ਰੋਟੀਨ ਹੁੰਦਾ ਹੈ। ਮਟਰ 'ਚ ਪ੍ਰੋਟੀਨ ਹੁੰਦਾ ਹੈ ਔਰ ਸੋਇਆਬੀਨ 'ਚ ਵੀ ਪ੍ਰੋਟੀਨ ਹੁੰਦਾ ਹੈ। ਇਸੇ ਤਰ੍ਹਾਂ ਜੰਤੂਆਂ ਤੋਂ ਆਪਾਂ ਨੂੰ ਮੀਟ 'ਚ ਪ੍ਰੋਟੀਨ ਹੁੰਦਾ ਹੈ ਅਤੇ ਆਪਣੇ ਅੰਡੇ 'ਚ ਪ੍ਰੋਟੀਨ ਹੁੰਦਾ ਹੈ ਅਤੇ ਦੁੱਧ ਤੋਂ ਬਣੇ ਉਤਪਾਦ ਜਿਵੇਂ ਕਿ ਪਨੀਰ ਹੋ ਗਿਆ, ਆਈਸਕ੍ਰੀਮ ਹੋ ਗਈ, ਦੁੱਧ ਹੈ, ਦਹੀਂ ਹੈਗੀ, ਇਹਨਾਂ ਵਿੱਚ ਕੀ ਹੈ ਪ੍ਰੋਟੀਨ ਮਿਲਦਾ ਹੈ। ਇਸੇ ਤਰ੍ਹਾਂ ਆਪਾਂ ਅੱਗੇ ਪੜ੍ਹਾਂਗੇ ਹੁਣ ਚਰਬੀ ਬਾਰੇ ਜਾਂ ਫੈਟ ਬਾਰੇ। ਫੈਟ ਵੀ ਆਪਣੇ ਸਰੀਰ 'ਚ ਜ਼ਰੂਰੀ ਹੁੰਦਾ ਹੈ। ਉਹ ਕਿਸ ਤਰ੍ਹਾਂ ਆਪਣੇ ਲਈ ਜ਼ਰੂਰੀ ਹੈ ਆਪਾਂ ਪੜ੍ਹਦੇ ਹਾਂ ਵੀ ਚਰਬੀ ਸਰੀਰ ਨੂੰ ਊਰਜਾ ਤਾਂ ਪ੍ਰਦਾਨ ਕਰਦੀ ਹੀ ਹੈ, ਨਾਲੇ ਇਸ ਵਿੱਚ ਚਰਬੀ 'ਚ ਕਾਰਬਨ, ਹਾਈਡਰੋਜਨ, ਆਕਸੀਜਨ ਨਾਲ ਤੋਂ ਬਣੀ ਹੁੰਦੀ ਹੈ। ਚਰਬੀ ਕਾਰਬਨ, ਹਾਈਡਰੋਜਨ, ਆਕਸੀਜਨ ਤੋਂ ਬਣੀ ਹੁੰਦੀ ਹੈ। ਚਰਬੀ ਸਰੀਰ 'ਚ ਗਲਿਸਰੋਲ ਦੇ ਐਸਟਰ ਦੇ ਰੂਪ ਵਿੱਚ ਰਹਿੰਦੇ ਨੇ। ਯਾਨੀ ਚਰਬੀ ਕੀ ਹੁੰਦਾ ਹੈ, ਚਰਬੀ ਗਲਿਸਰੋਲ ਦੇ ਐਸਟਰ ਹੁੰਦੇ ਨੇ। ਚਰਬੀ ਵਸਾ ਜਾਂ ਕੋਸ਼ਿਕਾ ਵਿੱਚ, ਚਰਬੀ ਨੂੰ ਵਸਾ ਵੀ ਕਿਹਾ ਜਾਂਦਾ ਹੈ, ਜੋ ਕਿ ਕੋਸ਼ਿਕਾ ਵਿੱਚ ਕਾਰਬਨਿਕ ਯੌਗਿਕਾਂ ਦੇ ਰੂਪ ਵਿੱਚ ਵੀ ਪਾਈ ਜਾਂਦੀ ਹੈ। ਕਾਰਬਨਿਕ ਯੌਗਿਕਾਂ ਦੇ ਵਿੱਚ ਰੂਪ ਦੇ ਵਿੱਚ ਪਾਈ ਜਾਂਦੀ ਹੈ। ਚਰਬੀ ਦੇ ਸਰੋਤ ਵੀ, ਚਰਬੀ ਕਿਸ 'ਚ ਪਾਈ ਜਾਂਦੀ ਹੈ ਤਾਂ ਪੌਦਿਆਂ ਵਿੱਚ ਚਰਬੀ। ਪੌਦਿਆਂ ਤੋਂ ਪ੍ਰਾਪਤ ਹੋਣ ਵਾਲੀ ਚਰਬੀ ਕਿਹੜੀ ਹੈ? ਸਰੋਂ ਦੇ ਤੇਲ ਵਿੱਚ ਚਰਬੀ ਹੁੰਦੀ ਹੈ, ਨਾਰੀਅਲ ਦੇ ਤੇਲ ਵਿੱਚ ਚਰਬੀ ਹੁੰਦੀ ਹੈ, ਸੂਰਜਮੁਖੀ ਦੇ ਤੇਲ ਵਿੱਚ ਚਰਬੀ ਹੁੰਦੀ ਹੈ ਅਤੇ ਮੂੰਗਫਲੀ, ਤਿਲਾਂ ਦੇ ਤੇਲ ਵਿੱਚ ਵੀ ਚਰਬੀ ਹੁੰਦੀ ਹੈ। ਅਤੇ ਡਰਾਈ ਫਰੂਟ ਬੋਲਦੇ ਹੈ ਉਹਨਾਂ ਵਿੱਚ ਜਿਵੇਂ ਕਿ ਕਾਜੂ, ਮੂੰਗਫਲੀ, ਇਹਨਾਂ ਵਿੱਚ ਵੀ ਚਰਬੀ ਮੌਜੂਦ ਹੁੰਦੀ ਹੈ। ਜਾਨਵਰਾਂ ਦੇ ਵੀ ਆਪਾਂ ਨੂੰ ਚਰਬੀ ਪ੍ਰਾਪਤ ਹੁੰਦੀ ਹੈ, ਜਿਵੇਂ ਕਿ ਦੁੱਧ ਅਤੇ ਦੁੱਧ ਤੋਂ ਬਣੇ ਹੋਏ ਉਤਪਾਦ ਵਿੱਚ ਵੀ ਕਿਆ ਹੁੰਦੀ ਹੈ, ਆਪਣੇ ਚਰਬੀ ਹੁੰਦੀ ਹੈ, ਵਸਾ ਹੁੰਦੀ ਹੈ। ਜਿਵੇਂ ਕਿ ਮੱਖਣ, ਘਿਓ ਆਦਿ ਵਿੱਚ ਚਰਬੀ ਦੀ ਮਾਤਰਾ ਹੁੰਦੀ ਹੈ। ਮੀਟ, ਮੱਛੀ, ਆਂਡੇ ਵਿੱਚ ਵੀ ਚਰਬੀ ਹੁੰਦੀ ਹੈ। ਹੁਣ ਚਰਬੀ ਦੇ ਕੀ ਫੰਕਸ਼ਨ ਨੇ, ਕੀ ਕਾਰਜ ਨੇ? ਅਤੇ ਚਰਬੀ ਸਾਡੇ ਸਰੀਰ ਨੂੰ ਊਰਜਾ ਪ੍ਰਦਾਨ ਕਰਦੀ ਹੈ। ਚਰਬੀ ਚਮੜੀ ਦੇ ਹੇਠਾਂ ਜਮ੍ਹਾਂ ਹੁੰਦੀ ਹੈ ਅਤੇ ਸਰੀਰ ਦੀ ਉੱਪਰਲੀ ਤੋਂ ਹੇਠ ਵਾਲੇ ਤਾਪ ਅਤੇ ਨੁਕਸਾਨ ਨੂੰ ਵੀ ਰੋਕਦੀ ਹੈ। ਸਰੀਰ ਯਾਨੀ ਮਤਲਬ ਕਹਿਣ ਦਾ ਮਤਲਬ ਹੈਗੀ ਚਰਬੀ ਚਮੜੀ ਦੇ ਹੇਠਾਂ ਹੁੰਦੀ ਹੈ ਅਤੇ ਸਰੀਰ ਦੀ ਉੱਪਰਲੀ ਸਤਹ ਨੂੰ ਧੁੱਪ ਤੋਂ ਬਚਾਉਂਦੀ ਹੈ। ਮਤਲਬ ਵੱਧ ਤਾਪ ਹੋਣ ਕਾਰਨ ਚਰਬੀ ਸਰੀਰ ਦੀ ਰੱਖਿਆ ਕਰਦੀ ਹੈ। ਇਸੇ ਤਰ੍ਹਾਂ ਭੋਜਨ ਨੂੰ ਰੁਚੀਕਰ ਵੀ ਚਰਬੀ ਹੀ ਬਣਾਉਂਦੀ ਹੈ। ਚਰਬੀ ਕਿਹੜੇ ਪਦਾਰਥਾਂ ਵਿੱਚ ਹੈਗੀ ਤਾਂ ਮੱਖਣ ਵਿੱਚ ਚਰਬੀ ਹੁੰਦੀ ਹੈ, ਬਨਸਪਤੀ ਤੇਲ ਵਿੱਚ ਚਰਬੀ ਹੁੰਦੀ ਹੈ, ਮੂੰਗਫਲੀ ਵਿੱਚ ਚਰਬੀ ਹੁੰਦੀ ਹੈ ਔਰ ਬਦਾਮ ਅਤੇ ਕਾਜੂ ਦੀ ਗਿਰੀਆਂ ਵਿੱਚ ਵੀ ਚਰਬੀ ਦੀ ਮਾਤਰਾ ਹੁੰਦੀ ਹੈ। ਅੱਗੇ ਆਪਾਂ ਪੜ੍ਹਾਂਗੇ ਚਰਬੀ ਦਾ ਪ੍ਰੀਖਣ, ਯਾਨੀ ਪ੍ਰਯੋਗ ਕਰਕੇ ਆਪਾਂ ਦੱਸਾਂਗੇ, ਜਿਸ 'ਚ ਪਤਾ ਲੱਗੇਗਾ ਵੀ ਇਹਦੇ ਵਿੱਚ ਚਰਬੀ ਦੀ ਮਾਤਰਾ ਹੁੰਦੀ ਹੈ। ਇਹਦੇ ਲਈ ਆਪਾਂ ਕੁਝ ਕਾਜੂ, ਅਖਰੋਟ, ਬਦਾਮ ਇਹਨਾਂ ਦੇ ਕੁਝ ਟੁਕੜੇ ਲੈ ਕੇ ਆਪਾਂ ਇੱਕ ਕਾਗਜ਼ ਦੇ ਅੰਦਰ ਰੱਖਾਂਗੇ। ਉਹ ਤੋਂ ਬਾਅਦ ਕਿਸੇ ਪੱਥਰ, ਕਿਸੇ ਚੀਜ਼ ਨਾਲ ਇਹਨੂੰ ਮਸਲ ਕੇ ਅੰਦਰ ਪਲੇਟ ਕੇ ਰੱਖ ਦੇਵਾਂਗੇ। ਥੋੜ੍ਹੀ ਦੇਰ ਬਾਅਦ ਇਹਨਾਂ ਟੁਕੜਿਆਂ ਨੂੰ ਬਾਹਰ ਕੱਢਾਂਗੇ। ਬਾਹਰ ਕੱਢਣ ਤੋਂ ਬਾਅਦ ਅਗਰ ਪੇਪਰ ਦੇ ਉੱਤੇ, ਕਾਗਜ਼ ਦੇ ਉੱਤੇ ਅਗਰ ਤੇਲ ਦਾ ਨਿਸ਼ਾਨ ਰਹਿ ਜਾਵੇ ਤਾਂ ਮਤਲਬ ਇਸ ਪਦਾਰਥ ਦੇ ਅੰਦਰ ਕੀ ਹੈਗੀ, ਚਰਬੀ ਦੀ ਮਾਤਰਾ ਹੈਗੀ। ਅਗਰ ਆਪਣੇ ਪੇਪਰ ਦੇ ਉੱਤੇ ਤੇਲ ਦਾ ਨਿਸ਼ਾਨ ਔਰ ਇੱਕ ਧੁੰਦਲਾ ਜਾਂ ਆਰ ਪਾਰ ਦਿਖਣ ਵਾਲਾ ਨਿਸ਼ਾਨ ਹੋਵੇ ਤਾਂ ਕਹਾਂਗੇ ਕਿ ਇਹਦੇ ਵਿੱਚ ਚਰਬੀ ਦੀ ਮਾਤਰਾ ਹੈਗੀ। ਤਾਂ ਪੜ੍ਹਦੇ ਹਾਂ ਚਰਬੀ ਦਾ ਪ੍ਰੀਖਣ। ਇਹਦੇ ਲਈ ਆਪਾਂ ਕੀ ਕਰਾਂਗੇ, ਸਭ ਤੋਂ ਪਹਿਲਾਂ ਕਾਜੂ, ਮੂੰਗਫਲੀ ਦੀ ਥੋੜ੍ਹੀ ਜਿਹੀ ਮਾਤਰਾ ਲਵਾਂਗੇ। ਇਸ ਨੂੰ ਕਾਗਜ਼ ਵਿੱਚ ਲਪੇਟ ਕੇ ਪੱਥਰ ਦੇ ਟੁਕੜੇ ਨਾਲ ਪੀਸਾਂਗੇ। ਉਸ ਤੋਂ ਬਾਅਦ ਪੀਸੇ ਹੋਏ ਟੁਕੜੇ ਕਾਗਜ਼ ਤੋਂ ਬਾਹਰ ਕੱਢੋ ਅਤੇ ਕਾਗਜ਼ ਉੱਪਰ ਤੇਲ ਵਰਗੇ ਧੱਬੇ ਦਿਖਦੇ ਹੈ ਅਤੇ ਕਾਗਜ਼ ਅਲਪ ਪਾਰਦਰਸ਼ੀ ਦਿਖਾਈ ਦਿੰਦਾ ਹੈ, ਯਾਨੀ ਘੱਟ ਦਿਖਦਾ ਹੈ, ਸਾਫ਼ ਨਹੀਂ ਦਿਖੇ, ਮਤਲਬ ਅਲਪ ਪਾਰਦਰਸ਼ੀ ਦਿਖੇ ਤਾਂ ਪਦਾਰਥ ਵਿੱਚ ਕੀ ਹੈ, ਚਰਬੀ ਮੌਜੂਦ ਹੁੰਦੀ ਹੈ। ਖਣਿਜ ਪਦਾਰਥ। ਹੁਣ ਪੜ੍ਹਾਂਗੇ ਆਪਾਂ ਖਣਿਜ ਪਦਾਰਥ ਜਾਂ ਮਿਨਰਲਸ ਬਾਰੇ। ਖਣਿਜ ਪਦਾਰਥ ਸਾਡੀ ਚੰਗੀ ਸਿਹਤ ਲਈ ਜ਼ਰੂਰੀ ਹੁੰਦਾ ਹੈ। ਇਹ ਸਾਡੇ ਸਰੀਰ ਦੀ ਉਚਿਤ ਵਾਧੇ ਲਈ ਵੀ ਜ਼ਰੂਰੀ ਹੁੰਦੇ ਨੇ। ਖਣਿਜ ਪਦਾਰਥ ਸਾਡੇ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ। ਮੁੱਖ ਖਣਿਜ ਪਦਾਰਥ ਕਿਹੜੇ ਨੇ ਤਾਂ ਮੁੱਖ ਖਣਿਜ ਪਦਾਰਥ ਲੋਹ ਹੈਗਾ, ਕੈਲਸ਼ੀਅਮ ਹੈ, ਆਇਓਡੀਨ ਹੈ ਅਤੇ ਫਾਸਫੋਰਸ। ਇਹ ਸਾਰੇ ਮੁੱਖ ਖਣਿਜ ਪਦਾਰਥ ਜਿਨ੍ਹਾਂ ਦੀ ਸਰੀਰ ਨੂੰ ਵੱਧ ਤੋਂ ਵੱਧ ਲੋੜ ਹੁੰਦੀ ਹੈ, ਜੋ ਘੱਟ ਮਾਤਰਾ 'ਚ ਵੀ ਆਪਣਾ ਪੂਰਾ ਕੰਮ ਕਰਦੇ ਨੇ। ਹੁਣ ਖਣਿਜ ਪਦਾਰਥਾਂ ਸਰੋਤਾਂ ਬਾਰੇ ਆਪਾਂ ਇੱਕ ਸਾਰਣੀ ਵਿੱਚ ਪੜ੍ਹਾਂਗੇ। ਇਹਦੇ ਵਿੱਚ ਖਣਿਜ ਪਦਾਰਥ ਕੀ ਸਰੋਤ ਨੇ ਅਤੇ ਇਹਨਾਂ ਖਣਿਜ ਪਦਾਰਥਾਂ ਦਾ ਕੀ ਕੰਮ ਹੈ। ਤਾਂ ਖਣਿਜ ਪਦਾਰਥ ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਲੋਹਾ ਖਣਿਜ ਪਦਾਰਥ
ਆਹ ਸਰੋਤ ਕਿਹੜੇ ਨੇ ਇਹਦੇ? ਤਾਂ ਪੱਤੀਆਂ ਵਾਲੀਆਂ ਸਬਜ਼ੀਆਂ ਵਿੱਚ ਖਣਿਜ ਪਦਾਰਥ ਮਿਲਦਾ ਹੈ ਲੋਹਾ, ਫਲ ਵਿੱਚ ਮਿਲਦਾ ਹੈ, ਗੁੜ ਵਿੱਚ ਮਿਲਦਾ ਹੈ। ਇਹਦਾ ਕੰਮ ਹੁੰਦਾ ਹੈ ਸਰੀਰ ਵਿੱਚ ਹੀਮੋਗਲੋਬਿਨ ਦੀ ਬਣਾਉਣ ਲਈ ਮਦਦ ਕਰਦਾ ਹੈ। ਸਰੀਰ 'ਚ ਹੀਮੋਗਲੋਬਿਨ ਬਣਾਉਣ ਵਿੱਚ ਮਦਦ ਕਰਦਾ ਹੈ ਲੋਹ। ਦੂਜਾ ਹੈਗਾ ਕੈਲਸ਼ੀਅਮ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਵਿੱਚ ਕੈਲਸ਼ੀਅਮ ਦੀ ਮਾਤਰਾ ਹੁੰਦੀ ਹੈ। ਕੈਲਸ਼ੀਅਮ ਹੱਡੀਆਂ ਦੇ ਬਣਨ ਲਈ ਜ਼ਰੂਰੀ ਹੈਗਾ, ਜਿਹਦੇ 'ਚ ਹੱਡੀਆਂ ਮਜ਼ਬੂਤ ਹੁੰਦੀ ਹੈ ਕੈਲਸ਼ੀਅਮ ਤੋਂ। ਤੀਜਾ ਪਦਾਰਥ ਹੁੰਦਾ ਹੈ ਫਾਸਫੋਰਸ ਦੁੱਧ, ਪਨੀਰ, ਕੇਲਾ ਅਤੇ ਬਾਜਰਾ, ਮੂੰਗਫਲੀ ਵਿੱਚ ਵੀ ਕੀ ਪਾਇਆ ਜਾਂਦਾ ਹੈ? ਫਾਸਫੋਰਸ ਪਾਇਆ ਜਾਂਦਾ ਹੈ। ਆਹ ਵੀ ਹੱਡੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ ਅਤੇ ਕੈਲਸ਼ੀਅਮ ਅਤੇ ਫਾਸਫੋਰਸ ਦੋਨੋਂ ਹੱਡੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਨੇ। ਅੱਗੇ ਹੈ ਆਇਓਡੀਨ ਯੁਕਤ ਨਮਕ। ਸਮੁੰਦਰੀ ਭੋਜਨ, ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚ ਕੀ ਹੈ? ਆਇਓਡੀਨ ਪਾਇਆ ਜਾਂਦਾ ਹੈ। ਥਾਇਰਾਇਡ ਗ੍ਰੰਥੀ ਦੇ ਠੀਕ ਢੰਗ ਨਾਲ ਕੰਮ ਕਰਨ ਲਈ ਜ਼ਰੂਰੀ ਹੁੰਦਾ ਹੈ। ਆਇਓਡੀਨ ਥਾਇਰਾਇਡ ਗ੍ਰੰਥੀ ਦੇ ਠੀਕ ਪ੍ਰਕਾਰ ਨਾਲ ਕੰਮ ਕਰਨ ਲਈ ਕੀ ਜ਼ਰੂਰੀ ਹੁੰਦਾ ਹੈ? ਆਇਓਡੀਨ ਜ਼ਰੂਰੀ ਹੁੰਦਾ ਹੈ। ਇਹ ਤੋਂ ਅੱਗੇ ਆਪਾਂ ਵਿਟਾਮਿਨ ਬਾਰੇ ਪੜ੍ਹਾਂਗੇ ਕਿ ਵਿਟਾਮਿਨ ਆਪਣੇ ਸਰੀਰ ਲਈ ਕਿਵੇਂ ਜ਼ਰੂਰੀ ਹੈਗਾ। ਤਾਂ ਵਿਟਾਮਿਨ ਦੇ ਬਾਰੇ ਪੜ੍ਹਦੇ ਹਾਂ। ਵਿਟਾਮਿਨ ਖਣਿਜ ਪਦਾਰਥਾਂ ਤਰ੍ਹਾਂ ਹੀ ਵਿਟਾਮਿਨ ਦੀ ਵੀ ਬਹੁਤ ਘੱਟ ਲੋੜ ਹੁੰਦੀ ਹੈ, ਘੱਟ ਮਾਤਰਾ ਵਿੱਚ ਹੀ ਲੋੜ ਹੁੰਦੀ ਹੈ। ਵਿਟਾਮਿਨ ਅਲਪ ਮਾਤਰਿਕ ਪੋਸ਼ਕ ਤੱਤਵ ਹੁੰਦੇ ਹੈ। ਵਿਟਾਮਿਨ ਊਰਜਾ ਨਹੀਂ ਦਿੰਦੇ। ਬਈ ਕੀ ਹੈ? ਹੋਰ ਤੱਤ ਤਾਂ ਊਰਜਾ ਦਿੰਦੇ ਹੈ, ਪਰ ਵਿਟਾਮਿਨ ਔਰ ਖਣਿਜ ਪਦਾਰਥ ਸਰੀਰ ਨੂੰ ਊਰਜਾ ਨਹੀਂ ਦਿੰਦੇ। ਸਭ ਤੋਂ ਪਹਿਲਾਂ ਖੋਜਿਆ ਗਿਆ ਵਿਟਾਮਿਨ ਸੀ ਸੀਗਾ ਅਤੇ ਵਿਟਾਮਿਨ ਈ ਨੂੰ ਸੁੰਦਰਤਾ ਦਾ ਵਿਟਾਮਿਨ ਵੀ ਕਹਿੰਦੇ ਨੇ। ਵਿਟਾਮਿਨ ਦੀ ਖੋਜ ਹੌਪਕਿੰਸ ਨਾਮਕ ਵਿਗਿਆਨਿਕ ਨੇ ਕੀਤੀ। ਵਿਟਾਮਿਨ ਦੀ ਖੋਜ ਕਿਸ ਵਿਗਿਆਨਿਕ ਨੇ ਕੀਤੀ? ਹੌਪਕਿੰਸ ਨਾਮਕ ਵਿਗਿਆਨਿਕ ਨੇ ਵਿਟਾਮਿਨ ਦੀ ਖੋਜ ਕੀਤੀ। ਵਿਟਾਮਿਨ ਦੇ ਕੀ ਕੰਮ ਨੇ, ਕੀ ਕਾਰਜ ਨੇ? ਤਾਂ ਵਿਟਾਮਿਨ ਸਰੀਰ ਨੂੰ ਨਿਰੋਗ ਰੱਖਦੇ ਹੈ, ਬਿਮਾਰੀਆਂ ਤੋਂ ਬਚਾਉਂਦੇ ਹੈ, ਪਾਚਨ ਕਿਰਿਆ ਨੂੰ ਦੁਰਸਤ ਰੱਖਦੇ ਹੈ। ਵਿਟਾਮਿਨ ਦਾ ਅੰਗਰੇਜ਼ੀ ਵੰਡ ਦੇ ਕ੍ਰਮ ਨਾਮ ਰੱਖਣ ਦਾ ਸ਼੍ਰੇਅ ਕਿਸ ਵਿਗਿਆਨਿਕ ਨੂੰ ਜਾਂਦਾ ਹੈ? ਤਾਂ ਡਰਮੰਡ ਨਾਮਕ ਵਿਗਿਆਨਿਕ ਨੂੰ ਦਿੱਤਾ ਗਿਆ। ਇਹਨੇ ਸਭ ਤੋਂ ਪਹਿਲਾਂ ਵਿਚਾਰ ਰੱਖਿਆ ਕਿ ਵਿਟਾਮਿਨ ਨੂੰ ਅੰਗਰੇਜ਼ੀ ਵਰਣਮਾਲਾ ਦੇ ਕ੍ਰਮ ਵਿੱਚ ਰੱਖਿਆ ਜਾਵੇ, ਜਿਵੇਂ ਕਿ A, B, C, ਵਿਟਾਮਿਨ D, ਵਿਟਾਮਿਨ E। ਇਸ ਕ੍ਰਮ ਨਾਲ ਰੱਖਣ ਦਾ ਵਿਚਾਰ ਸਭ ਤੋਂ ਪਹਿਲਾਂ ਡਰਮੰਡ ਨਾਮ ਦੇ ਵਿਗਿਆਨਿਕ ਨੇ ਦਿੱਤਾ। ਕੁਝ ਮੁੱਖ ਵਿਟਾਮਿਨਾਂ, ਉਹਨਾਂ ਦੇ ਸਰੋਤਾਂ ਅਤੇ ਕੰਮਾਂ ਬਾਰੇ ਆਪਾਂ ਇੱਕ ਸਾਰਣੀ ਵਿੱਚ ਪੜ੍ਹਾਂਗੇ। ਤਾਂ ਕਿਹੜੇ ਵਿਟਾਮਿਨ ਨੇ? ਵਿਟਾਮਿਨ A ਅਤੇ ਇਹਦਾ ਸਰੋਤ ਕਿਹੜੇ ਹੈ? ਤਾਂ ਵਿਟਾਮਿਨ A ਅੰਡੇ, ਮੀਟ, ਦੁੱਧ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ, ਗਾਜਰ, ਪਪੀਤਾ, ਇਹਨਾਂ ਵਿੱਚ ਵਿਟਾਮਿਨ A ਪਾਇਆ ਜਾਂਦਾ ਹੈ। ਤਾਂ ਵਿਟਾਮਿਨ A ਦਾ ਕੰਮ ਕੀ ਹੈ? ਚਮੜੀ ਅਤੇ ਅੱਖਾਂ ਨੂੰ ਠੀਕ ਰੱਖਣ ਲਈ ਕੀ ਵਿਟਾਮਿਨ A ਜ਼ਰੂਰੀ ਹੁੰਦਾ ਹੈ। ਇਸੇ ਤਰ੍ਹਾਂ ਵਿਟਾਮਿਨ B ਦੁੱਧ, ਹਰੀਆਂ ਸਬਜ਼ੀਆਂ, ਮਟਰ, ਅੰਡੇ, ਇਹਨਾਂ ਵਿੱਚ ਕੀ ਹੁੰਦਾ ਹੈ? ਵਿਟਾਮਿਨ B, ਜੋ ਕਿ ਪਾਚਨ ਪ੍ਰਣਾਲੀ ਔਰ ਕੇਂਦਰੀ ਨਾੜੀ ਪ੍ਰਣਾਲੀ ਅਤੇ ਸਰੀਰ ਦੇ ਸਹੀ ਵਾਧੇ ਲਈ ਵੀ ਜ਼ਰੂਰੀ ਹੁੰਦਾ ਹੈ। ਕਿਹੜਾ ਵਿਟਾਮਿਨ? ਵਿਟਾਮਿਨ B। ਇਸੇ ਤਰ੍ਹਾਂ ਵਿਟਾਮਿਨ C ਖੱਟੇ ਫਲਾਂ ਵਿੱਚ ਪਾਇਆ ਜਾਂਦਾ ਹੈ। ਮੁੱਖ ਤੌਰ 'ਤੇ ਜਿਹੜੇ ਖੱਟੇ ਫਲ ਨੇ ਉਹਨਾਂ 'ਚ ਵਿਟਾਮਿਨ C ਪਾਇਆ ਜਾਂਦਾ ਹੈ, ਜਿਵੇਂ ਕਿ ਨਿੰਬੂ, ਸੰਤਰਾ, ਔਂਲਾ, ਟਮਾਟਰ ਅਤੇ ਬਰੌਂਕਲੀ ਵਿੱਚ ਵੀ ਕੀ ਹੈ? ਵਿਟਾਮਿਨ C ਦੀ ਮਾਤਰਾ ਹੁੰਦੀ ਹੈ। ਵਿਟਾਮਿਨ C ਬਿਮਾਰੀਆਂ ਨਾਲ ਲੜਨ ਵਿੱਚ ਸਾਡੀ ਸਹਾਇਤਾ ਕਰਦਾ ਹੈ। ਹੁਣ ਪੜ੍ਹਾਂਗੇ ਆਪਾਂ ਵਿਟਾਮਿਨ D ਬਾਰੇ। ਵਿਟਾਮਿਨ D ਦਾ ਮੁੱਖ ਸਰੋਤ ਕੀ ਨੇ? ਮੁੱਖ ਸਰੋਤ ਦੇ ਰੂਪ 'ਤੇ ਸੂਰਜ ਦੀ ਰੋਸ਼ਨੀ ਵਿੱਚ ਵਿਟਾਮਿਨ D ਪਾਇਆ ਜਾਂਦਾ ਹੈ ਅਤੇ ਇਹਦੇ ਡੇਅਰੀ ਉਤਪਾਦ ਅਤੇ ਮੱਛੀ ਅਤੇ ਜਿਗਰ ਦਾ ਤੇਲ ਵੀ ਵਿਟਾਮਿਨ D ਦਾ ਸਰੋਤ ਹੁੰਦਾ ਹੈ। ਵਿਟਾਮਿਨ D ਦਾ ਕੀ ਕੰਮ ਹੁੰਦਾ ਹੈ? ਤਾਂ ਕੰਮ ਬਾਰੇ ਸਿਹਤਮੰਦ ਅਸਥੀ ਪਿੰਜਰ ਅਤੇ ਦੰਦਾਂ ਲਈ ਜ਼ਰੂਰੀ ਹੁੰਦਾ ਹੈ। ਸਰੀਰ ਦਾ ਜਿਹੜਾ ਅਸਥੀ ਪੰਜਰ ਹੈਗਾ, ਜਿਸ ਤੋਂ ਆਪਣਾ ਸਰੀਰ ਦੀ ਸਾਰੀ ਹੱਡੀਆਂ ਦੇ ਲਈ ਵਿਟਾਮਿਨ D ਜ਼ਰੂਰੀ ਹੁੰਦਾ ਹੈ ਔਰ ਸਰੀਰ ਦੇ ਅੰਦਰ ਮੁੱਖ 'ਚ ਪਾਏ ਜਾਣ ਵਾਲੇ ਦੰਦ 'ਚ ਵੀ ਆਪਣੇ ਕੀ ਹੈ? ਵਿਟਾਮਿਨ D ਉਹਦੇ ਲਈ ਵੀ ਜ਼ਰੂਰੀ ਹੁੰਦਾ ਹੈ। ਇਸੇ ਤਰ੍ਹਾਂ ਵਿਟਾਮਿਨ E ਬਦਾਮ ਅਤੇ ਮੂੰਗਫਲੀ ਦੀਆਂ ਗਿਰੀਆਂ, ਬੀਜਾਂ ਦਾ ਤੇਲ ਅਤੇ ਸੂਰਜਮੁਖੀ ਅਤੇ ਸੋਇਆਬੀਨ ਦੀ ਗਿਰੀਆਂ, ਪੱਤੇਦਾਰ ਸਬਜ਼ੀਆਂ ਵਿੱਚ ਪਾਲਕ ਅਤੇ ਬਰੌਂਕਲੀ ਵਿੱਚ ਕੀ ਹੁੰਦਾ ਹੈ? ਵਿਟਾਮਿਨ E ਹੁੰਦਾ ਹੈ। ਵਿਟਾਮਿਨ E ਨੂੰ ਸੁੰਦਰਤਾ ਦਾ ਵਿਟਾਮਿਨ ਜਾਂ ਬਿਊਟੀ ਵਿਟਾਮਿਨ ਵੀ ਕਿਹਾ ਜਾਂਦਾ ਹੈ। ਇਹ ਸੈੱਲਾਂ ਯਾਨੀ ਕੋਸ਼ਿਕਾ ਨੂੰ ਟੁੱਟ ਭੱਜ ਤੋਂ ਬਚਾਉਂਦਾ ਹੈ ਅਤੇ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਵੀ ਘਟਾਉਣ ਵਿੱਚ ਮਦਦ ਕਰਦਾ ਹੈ। ਵਿਟਾਮਿਨ E। ਵਿਟਾਮਿਨ K ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਸ਼ਲਗਮ, ਸਰੋਂ, ਬਰੌਂਕਲੀ, ਫੁੱਲ ਗੋਭੀ ਅਤੇ ਪੱਤਾ ਗੋਭੀ, ਮੱਛੀ, ਮੀਟ, ਆਂਡੇ ਅਤੇ ਅਨਾਜ ਘੱਟ ਮਾਤਰਾ ਵਿੱਚ ਮੌਜੂਦ ਹੁੰਦਾ ਹੈ ਅਨਾਜ ਵਿੱਚ, ਪਰ ਵਿਟਾਮਿਨ K ਮੌਜੂਦ ਹੁੰਦਾ ਹੈ
ਜੋ ਕਿ ਆਪਣੇ ਖੂਨ ਦੇ ਜੰਮਣ ਵਿੱਚ ਮਦਦ ਕਰਦਾ ਹੈ ਜਾਂ ਸਹਾਇਕ ਹੁੰਦਾ ਹੈ। ਕਿਉਂਕਿ ਕਿਸੇ ਵੀ ਬੰਦੇ ਨੂੰ ਕਿਸੇ ਵੀ ਜੀਵ ਨੂੰ ਚੋਟ ਲੱਗੇ ਤਾਂ ਵਿਟਾਮਿਨ ਕੇ ਉੱਥੇ ਖੂਨ ਨੂੰ ਜਮਾਉਣ ਦਾ ਕੰਮ ਕਰਦਾ ਹੈ। ਚੋਟ ਲੱਗਣ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਆਪਣਾ ਖੂਨ ਰੁਕ ਜਾਂਦਾ ਹੈ ਜਾਂ ਜੰਮ ਜਾਂਦਾ ਹੈ। ਬਾਹਰ ਜਿੱਥੇ ਚੋਟ ਲੱਗੀ ਹੈ ਉਹਦੇ ਉੱਤੇ ਕਿਹੜਾ ਵਿਟਾਮਿਨ ਕੰਮ ਕਰਦਾ ਹੈ ਤਾਂ ਵਿਟਾਮਿਨ ਕੇ ਉੱਥੇ ਜ਼ਰੂਰੀ ਹੁੰਦਾ ਹੈ। ਹੁਣ ਵਿਟਾਮਿਨ ਤੋਂ ਕਮੀ ਤੋਂ ਜਾਂ ਤਰੁਟੀ ਤੋਂ ਕਿਹੜੇ ਰੋਗ ਹੋ ਸਕਦੇ ਹੈ ਵਿਟਾਮਿਨ ਦੀ ਕਮੀ ਤੋਂ, ਤਾਂ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਵਿਟਾਮਿਨ ਏ। ਵਿਟਾਮਿਨ ਏ ਦੀ ਕਮੀ ਤੋਂ ਅਪੰਗਤਾ ਨਾਮ ਰੋਗ ਹੋ ਸਕਦਾ ਹੈ। ਇਹਦੇ ਨਾਲ ਨਜ਼ਰ ਕਮਜ਼ੋਰ ਹੋਣਾ, ਹਨੇਰੇ ਵਿੱਚ ਦੇਖਣ ਦੇ ਅਯੋਗ ਹੋਣਾ, ਅੰਧੇਰੇ ਵਿੱਚ ਬੰਦਾ ਨਹੀਂ ਦੇਖ ਪਾਉਂਦਾ। ਅਤੇ ਵਿਟਾਮਿਨ ਬੀ ਦੀ ਕਮੀ ਤੋਂ ਬੇਰੀ ਰੋਗ ਹੁੰਦਾ ਹੈ। ਵਿਟਾਮਿਨ ਬੀ ਨਾਲ ਬੇਰੀ ਰੋਗ ਹੁੰਦਾ ਹੈ। ਮਾਸਪੇਸ਼ੀਆਂ ਦਾ ਕਮਜ਼ੋਰ ਹੋਣਾ, ਇਹਦੇ ਵਿਟਾਮਿਨ ਬੀ ਨਾਲ ਯਾਨੀ ਵਿਟਾਮਿਨ ਬੀ ਦੇ ਕਿਹੜੇ ਲੱਛਣ ਨੇ ਤਾਂ ਆਪਾਂ ਦੇਖ ਸਕਦੇ ਹਾਂ। ਲੱਛਣ ਮਾਸਪੇਸ਼ੀਆਂ ਦਾ ਕਮਜ਼ੋਰ ਹੋਣਾ, ਕੰਮ ਕਰਨ ਲਈ ਬਹੁਤ ਘੱਟ ਊਰਜਾ ਦਾ ਹੋਣਾ, ਭੁੱਖ ਘੱਟ ਲੱਗਣਾ, ਭਾਰ ਘੱਟ ਜਾਣਾ, ਆਹ ਵੀ ਕੀ ਹੈ ਵਿਟਾਮਿਨ ਬੀ ਦੇ ਲੱਛਣ ਨੇ। ਵਿਟਾਮਿਨ ਸੀ ਤੋਂ ਸਕਰਵੀ ਰੋਗ ਹੋ ਜਾਂਦਾ ਹੈ। ਮਸੂੜੀਆਂ ਵਿੱਚ ਖੂਨ ਵਗਣਾ ਇਹਦਾ ਲੱਛਣ ਹੈ। ਇਸੇ ਤਰ੍ਹਾਂ ਵਿਟਾਮਿਨ ਡੀ ਤੋਂ ਰਿਕੈਟਸ ਨਾਮਕ ਰੋਗ ਹੋ ਜਾਂਦਾ ਹੈ, ਜਿਹਦੇ 'ਚ ਕੀ ਹੈ ਹੱਡੀਆਂ ਦਾ ਨਰਮ ਹੋਣਾ ਅਤੇ ਮੁੜ ਜਾਣਾ ਇਸ ਰੋਗ ਦਾ ਲੱਛਣ ਹੈ। ਕੈਲਸ਼ੀਅਮ ਦੀ ਕਮੀ ਨਾਲ ਹੱਡੀਆਂ ਅਤੇ ਦੰਦ ਕਮਜ਼ੋਰ ਜਾਂ ਉਹਦੇ ਖੁਰਨ ਲੱਗ ਜਾਂਦੇ ਨੇ। ਹੱਡੀਆਂ ਦਾ ਕਮਜ਼ੋਰ ਹੋਣਾ ਅਤੇ ਦੰਦਾਂ ਦਾ ਖੁਰਨਾ ਇਹਦਾ ਲੱਛਣ ਹੈਗਾ। ਇਸੇ ਤਰ੍ਹਾਂ ਆਇਓਡੀਨ ਨਾਲ ਗਲਗਨ ਜਾਂ ਘੇਂਗਾ ਰੋਗ ਹੋ ਜਾਂਦਾ ਹੈ। ਇਹਦੇ ਨਾਲ ਗਲੇ ਦੀ ਗ੍ਰੰਥੀ ਥਾਇਰਾਇਡ ਗ੍ਰੰਥੀ ਦਾ ਫੁੱਲ ਜਾਣਾ ਇਹਦਾ ਲੱਛਣ ਹੈ। ਅਗਰ ਥਾਇਰਾਇਡ ਗ੍ਰੰਥੀ ਫੁੱਲ ਜਾਂਦੀ ਹੈ ਤਾਂ ਇਸ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਆਇਓਡੀਨ ਦੀ ਕਮੀ ਨਾਲ ਗਲਗਨ ਜਾਂ ਘੇਂਗਾ ਰੋਗ ਹੋ ਗਿਆ ਹੈ। ਲੋਹਾ ਦੀ ਕਮੀ ਨਾਲ ਸਰੀਰ 'ਚ ਅਨੀਮੀਆ ਰੋਗ ਹੋ ਜਾਂਦਾ ਹੈ। ਅਨੀਮੀਆ ਨਾਲ ਥਕਾਵਟ, ਕਮਜ਼ੋਰੀ, ਚਮੜੀ ਦਾ ਪੀਲਾ ਹੋਣਾ ਇਹਦੇ ਲੱਛਣ ਹੈਗੇ। ਅਨੀਮੀਆ ਰੋਗ ਦੇ ਲੱਛਣ ਹੈ। ਹੁਣ ਪੜ੍ਹਾਂਗੇ ਆਪਾਂ ਜੀ ਮੋਟਾ ਆਹਾਰ ਜਾਂ ਰੁਕਸ਼ਾਂਸ਼ ਬਾਰੇ। ਮੋਟਾ ਆਹਾਰ ਜਾਂ ਰੁਕਸ਼ਾਂਸ਼ ਇਹ ਆਪਣੇ ਸਰੀਰ ਨੂੰ ਊਰਜਾ ਤਾਂ ਪ੍ਰਦਾਨ ਨਹੀਂ ਕਰਦਾ, ਪਰ ਇਹ ਸਰੀਰ ਦੇ ਅੰਦਰ ਆਪਣੇ ਮੋਟਾ ਅਨਾਜ ਰੇਸ਼ੇਦਾਰ ਅਤੇ ਪਾਚਣਯੋਗ ਪਦਾਰਥਾਂ ਨੂੰ ਮੋਟਾ ਅਨਾਜ ਕਹਿੰਦੇ ਨੇ ਸਭ ਤੋਂ ਪਹਿਲਾਂ ਤਾਂ। ਹੋਰ ਮੋਟੇ ਅਨਾਜ ਦੇ ਸਰੋਤ ਕਿਹੜੇ ਨੇ ਤਾਂ ਫਲ, ਸਲਾਦ ਦੀ ਤਰ੍ਹਾਂ ਵਰਤੀਆਂ ਜਾਣ ਵਾਲੀਆਂ ਸਬਜ਼ੀਆਂ ਜਿਵੇਂ ਗਾਜਰ, ਮੂਲੀ, ਗੋਭੀ ਅਤੇ ਸ਼ਲਗਮ, ਦਾਣੇ, ਸਾਬਤ ਦਾਲਾਂ ਆਦਿ ਸਾਡੇ ਲਈ ਮੋਟੇ ਅਨਾਜ ਆਹਾਰ ਦੇ ਸਰੋਤ ਨੇ। ਮੋਟੇ ਅਨਾਜ ਦਾ ਹੁਣ ਕੰਮ ਬਾਰੇ ਪੜ੍ਹਾਂਗੇ ਵੀ ਕੀ ਕੰਮ ਹੁੰਦਾ ਹੈ ਮੋਟੇ ਅਨਾਜ ਦਾ। ਤਾਂ ਮੋਟੇ ਅਨਾਜ ਦੇ ਕੰਮ ਇਹ ਸਾਡੇ ਸਰੀਰ ਨੂੰ ਕੋਈ ਪੋਸ਼ਕ ਪ੍ਰਦਾਨ ਨਹੀਂ ਕਰਦੇ, ਪਰੰਤੂ ਇਹ ਸਾਡੇ ਭੋਜਨ ਦਾ ਇੱਕ ਜ਼ਰੂਰੀ ਤੱਤ ਹੈ। ਇਹ ਕੀ ਕੰਮ ਕਰਦਾ ਹੈ ਤਾਂ ਆਪਾਂ ਇਹਦੇ ਵਿਸਥਾਰ ਨਾਲ ਪੜ੍ਹਦੇ ਹਾਂ। ਮੋਟਾ ਅਨਾਜ ਅਣਪਚੇ ਪਦਾਰਥਾਂ ਨੂੰ ਸਰੀਰ ਤੋਂ ਬਾਹਰ ਕੱਢਣ ਵਿੱਚ ਸਹਾਇਤਾ ਕਰਦਾ ਹੈ, ਮਤਲਬ ਕਬਜ਼ ਹੋਣ ਤੋਂ ਬਚਾਉਂਦਾ ਹੈ। ਅਗਰ ਆਪਾਂ ਡੇਲੀ ਭੋਜਨ ਦੇ ਨਾਲ ਖੀਰੇ, ਸਬਜ਼ੀਆਂ, ਸਲਾਦ ਲੈਂਦੇ ਹਾਂ ਤਾਂ ਕਬਜ਼ ਦੀ ਸਮੱਸਿਆ ਨਹੀਂ ਹੁੰਦੀ, ਬਲਕਿ ਇਹ ਆਪਣੇ ਭੋਜਨ ਨੂੰ ਲਸਲਸਾ ਕਰ ਦਿੰਦਾ ਹੈ, ਜਿਸ ਨਾਲ ਕੀ ਹੈ ਕਬਜ਼ ਦੀ ਸਮੱਸਿਆ ਨਹੀਂ ਹੁੰਦੀ। ਮੋਟਾ ਆਹਾਰ ਸਰੀਰ ਵਿੱਚ ਪਾਣੀ ਦੀ ਕਮੀ ਹੋਣ ਤੋਂ ਵੀ ਬਚਾਉਂਦਾ ਹੈ। ਪੇਟ ਅੰਦਰ ਮਿੱਤਰ ਬੈਕਟੀਰੀਆ ਨੂੰ ਪੈਦਾ ਹੋਣ ਲਈ ਵੀ ਮਹੱਤਵਪੂਰਨ ਯੋਗਦਾਨ ਮੋਟਾ ਅਨਾਜ ਦਿੰਦਾ ਹੈ। ਹੁਣ ਪੜ੍ਹਦੇ ਹਾਂ ਪਾਣੀ ਬਾਰੇ। ਪਾਣੀ ਭੋਜਨ ਦਾ ਮੁੱਖ ਅੰਸ਼ ਹੈ। ਇਹ ਜੀਵਨ ਲਈ ਜ਼ਰੂਰੀ ਹੈ। ਪਾਣੀ ਪੌਸ਼ਟਿਕ ਤੱਤਾਂ ਨੂੰ ਸੋਖਣ ਲਈ ਮਦਦ ਕਰਦਾ ਹੈ। ਫਾਲਤੂ ਪਦਾਰਥਾਂ ਨੂੰ ਬਾਹਰ ਕੱਢਣ ਲਈ ਪਸੀਨੇ ਰਾਹੀਂ ਬਾਹਰ ਕੱਢਣ 'ਚ ਮਦਦ ਕਰਦਾ ਹੈ। 3 ਤੋਂ 4 ਲੀਟਰ ਪਾਣੀ ਦੀ ਜ਼ਰੂਰਤ ਮਨੁੱਖ ਨੂੰ ਡੇਲੀ ਹੁੰਦੀ ਹੈ। ਅਸੀਂ ਜ਼ਿਆਦਾਤਰ ਪਾਣੀ ਤਰਲ ਪਦਾਰਥਾਂ ਜਿਵੇਂ ਪਾਣੀ, ਦੁੱਧ, ਚਾਹ, ਜੂਸ ਆਦਿ ਤੋਂ ਵੀ ਪੂਰਤੀ ਕਰ ਲੈਂਦੇ ਹਾਂ। ਇਹਨਾਂ ਤੋਂ ਇਲਾਵਾ ਕੋਈ ਭੋਜਨ ਪਦਾਰਥ ਜਿਵੇਂ ਫਲ, ਸਬਜ਼ੀਆਂ ਆਦਿ ਵਿੱਚ ਵੀ ਪਾਣੀ ਦੀ ਮੌਜੂਦਗੀ ਹੁੰਦੀ ਹੈ। ਇਸ ਤਰ੍ਹਾਂ ਜੀਵਨ ਲਈ ਪਾਣੀ ਬਹੁਤ ਜ਼ਰੂਰੀ ਤੱਤ ਨੇ। ਤਾਂ ਠੀਕ ਹੈ ਜੀ, ਅੱਜ ਆਪਾਂ ਤੀਜਾ ਪਾਰਟ ਕੰਪਲੀਟ ਕਰ ਲਿਆ। ਇਹਦੇ ਨਾਲ ਹੀ ਆਪਣਾ ਚੈਪਟਰ ਕੰਪਲੀਟ ਹੁੰਦਾ ਹੈ। ਨੈਕਸਟ ਵੀਡੀਓ 'ਚ ਆਪਾਂ MCQ ਕੁਐਸਚਨ ਕਰਾਂਗੇ। ਜਿੰਨੇ ਹੋ ਸਕੇ ਵੱਧ ਤੋਂ ਵੱਧ MCQ ਕੁਐਸਚਨ ਕਰਾਏ ਜਾਣਗੇ ਅਤੇ ਪਿਛਲੇ ਪੇਪਰ 'ਚ ਆਏ ਹੋਏ ਜਿੰਨੇ ਵੀ ਭੋਜਨ ਤੋਂ ਰਿਲੇਟਿਡ ਜਾਂ ਭੋਜਨ ਦੇ ਤੱਤ ਤੋਂ ਰਿਲੇਟਿਡ ਕੁਐਸਚਨ ਹੈ ਉਹ ਆਪਾਂ ਨੈਕਸਟ ਵੀਡੀਓ 'ਚ ਸੋਲਵ ਕਰਾਂਗੇ। ਠੀਕ ਹੈ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਧੰਨਵਾਦ। ਵੀਡੀਓ ਨੂੰ ਸਬਸਕ੍ਰਾਈਬ ਕਰਿਓ, ਲਾਈਕ ਕਰਿਓ ਅਤੇ ਵੱਧ ਤੋਂ ਵੱਧ ਸ਼ੇਅਰ ਕਰਿਓ। ਧੰਨਵਾਦ, ਸਤਿ ਸ਼੍ਰੀ ਅਕਾਲ।